ਧੰਨ ਵਾਹਿਗੁਰੂ ਜੀ। ਸੋਰਠ ਮਹਲਾ ਨੌਵਾਂ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ। ਬਿਨਸਤ ਲਗਤ ਨਾ ਬਾਰ, ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ। ਬਿਨਸਤ ਲਗਤ ਨਾ ਬਾਰ, ਰਹਾ ਬਾਰੂ ਭੀਤ ਬਨਾਈ ਰਾਚ ਪਾਚ। ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ। ਉਰਝਿਓ ਕਹਾ ਗਵਾਰ, ਅਜਹੂ ਸਮਝ ਕਛ ਬਿਗੜਿਓ ਨਾਹਿਨ। ਭਜ ਲੈ ਰਾਮ ਨਾਮ ਮੁਰਾਰ, ਕਹੋ ਨਾਨਕ ਨਿਜ ਮਤ ਸਾਧਨ ਕੋ। ਭਾਖਿਓ ਤੋਹਿ ਪੁਕਾਰ, ਅਜਹੂ ਸਮਝ ਕਛ ਬਿਗੜਿਓ ਨਾਹਿਨ। ਭਜ ਲੈ ਨਾਮ ਮੁਰਾਰ, ਕਹੋ ਨਾਨਕ ਨਿਜ ਮਤ ਸਾਧਨ ਕੋ। ਭਾਖਿਓ ਤੋਹਿ ਪੁਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਰਾਹੀਂ ਸਤਿਕਾਰਯੋਗ ਭਾਈ ਸਾਹਿਬਾਨ ਜੀ ਹਾਜ਼ਰੀ ਭਰ ਰਹੇ ਸਨ। ਆਪ ਜੀ ਨੇ ਬੜੀ ਇਕਾਗਰਤਾ ਸਹਿਤ ਸਤਿਗੁਰੂ ਦੀ ਪਾਵਨ ਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਸੋਰਠ ਦੇ ਵਿੱਚੋਂ, ਜੋ ਕਿ 8ਵਾਂ ਸ਼ਬਦ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਲੜੀ ਵਿੱਚ ਹੈ। ਇਸ ਰਾਗ ਵਿੱਚ ਨੌਵੇਂ ਪਾਤਸ਼ਾਹ ਦੇ ਕੁੱਲ 12 ਸ਼ਬਦ ਦਰਜ ਨੇ ਅਤੇ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 633 ਉੱਤੇ ਸੁਭਾਏਮਾਨ ਹੈ। ਸਤਿਗੁਰੂ ਮਹਾਰਾਜ ਨੇ ਸੰਸਾਰ ਅੰਦਰ ਵਾਪਰਦੀ ਹੋਈ ਇੱਕ ਸਭ ਤੋਂ ਵੱਡੀ ਸਚਾਈ ਦੇ ਮਨੁੱਖ ਨੂੰ ਰੂਬਰੂ ਕੀਤਾ ਹੈ। ਵੱਖਰੇ ਵੱਖਰੇ ਪ੍ਰਮਾਣ ਦੇ ਕੇ, ਵੱਖਰੇ ਵੱਖਰੇ ਦ੍ਰਿਸ਼ਟਾਂਤ ਦੇ ਕੇ, ਵੱਖਰੀਆਂ ਵੱਖਰੀਆਂ ਉਦਾਹਰਨਾਂ ਦੇ ਕੇ ਸਤਿਗੁਰੂ ਜੀ ਨੇ ਸਮੁੱਚੀ ਸਮਗਰ ਬਾਣੀ ਦੇ ਵਿੱਚ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਹੈ ਕਿ ਠੀਕ ਹੈ
ਕਿ ਇਹ ਸੰਸਾਰ ਦੇ ਰੂਪ ਰੰਗ ਆਕਾਰ ਜੋ ਤੈਨੂੰ ਦਿਸ ਰਹੇ ਹਨ ਇਹ ਚੰਗੇ ਲੱਗਦੇ ਹਨ। ਮਨੁੱਖ ਇਹਨਾਂ ਨੂੰ ਮਾਣਦਾ ਹੈ, ਵੇਖਦਾ ਹੈ, ਹੰਢਾਉਂਦਾ ਹੈ, ਜੀਵਨ ਦਾ ਲੁਤਫ ਤੇ ਆਨੰਦ ਲੈ ਰਿਹਾ ਹੈ। ਪਰ ਇੱਕ ਸੱਚਾਈ ਨੂੰ ਹਮੇਸ਼ਾ ਆਪਣੀ ਸੁਰਤ ਵਿੱਚ ਵਸਾ ਕੇ ਰੱਖ ਵੀ ਇਹ ਦਿਸਦਾ ਸਮੁੱਚਾ ਪਸਾਰਾ ਆਪਣੇ ਖਾਤਮੇ ਵਾਲੇ ਪਾਸੇ ਨੂੰ ਸਫ਼ਰ ਕਰ ਰਿਹਾ ਹੈ। ਕੋਈ ਵੀ ਵਸਤੂ, ਕੋਈ ਵੀ ਚੀਜ਼, ਕੋਈ ਵੀ ਬਣਾਵਟ, ਕੋਈ ਰੂਪ ਰੰਗ ਆਕਾਰ ਇਤਿਆਦਿ ਕੁਝ ਵੀ ਸਦੀਵ ਕਾਲ ਕਾਇਮ ਰਹਿਣ ਵਾਲਾ ਨਹੀਂ। ਹਰ ਚੀਜ਼ ਸਮੇਂ ਦੇ ਹਿਸਾਬ ਦੇ ਨਾਲ ਚੱਲ ਕੇ ਆਪਣਾ ਸਮਾਂ ਪੂਰਾ ਕਰਕੇ ਅਖੀਰ ਨੂੰ ਮੁੱਕ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਸਾਹਿਬ ਨੇ ਬਾਣੀ ਦੇ ਅੰਦਰ ਇਸ ਸੱਚਾਈ ਨੂੰ ਇਸ ਕਰਕੇ ਬਾਰ-ਬਾਰ ਬਿਆਨ ਨਹੀਂ ਕੀਤਾ ਵੀ ਮਹਾਰਾਜ ਵੈਰਾਗੀਆਂ ਜਾਂ ਹੋਰ ਐਸੀਆਂ ਸੰਪਰਦਾਵਾਂ ਦੀ ਤਰਜ਼ ਉੱਤੇ ਜਾਂ ਐਸੇ ਲੋਕਾਂ ਦੀ ਥਿਊਰੀ ਦੀ ਤਰਜ਼ ਦੇ ਉੱਤੇ ਮਨੁੱਖ ਨੂੰ ਭੈ ਭੀਤ ਕਰਨਾ ਚਾਹੁੰਦੇ ਨੇ। ਮਨੁੱਖ ਨੂੰ ਉਸ ਦੇ ਫਰਜ਼ਾਂ ਜਾਂ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਪ੍ਰੇਰਨਾ ਨਹੀਂ ਦੇ ਰਹੇ, ਨਾ ਹੀ ਮਨੁੱਖ ਨੂੰ ਇਸ ਸੰਸਾਰ ਦੇ ਨਾਲ ਵਰਤੋਂ ਵਿਹਾਰ ਤੋਂ ਮਨਾਹੀ ਕਰ ਰਹੇ ਹਨ, ਬਲਕਿ ਸਤਿਗੁਰੂ ਜੀ ਇਹ ਸਮਝਾਉਣਾ ਚਾਹੁੰਦੇ ਨੇ ਵੀ ਮਨੁੱਖ ਆਪਣੇ ਜੀਵਨ ਦੇ ਅੰਦਰ ਹਉਮੈ ਗ੍ਰਸਤ ਨਾ ਹੋਵੇ, ਹੰਕਾਰ ਦੇ ਰੋਗ ਤੋਂ ਬਚੇ, ਲੁੱਟ ਖਸੁੱਟ, ਜ਼ੁਲਮ, ਪਾਪ, ਅਤਿਆਚਾਰ, ਇਹ ਜਿਹੜੇ ਭੈੜੇ ਰੋਗ ਮਨੁੱਖਤਾ ਨੂੰ ਚੰਬੜੇ ਹੋਏ ਨੇ ਆਖਰ ਮਨੁੱਖ ਦੀ ਭੈੜੀ ਆਦਤ ਵਿੱਚੋਂ ਹੀ ਪੈਦਾ ਹੋਏ ਨੇ, ਮਨੁੱਖ ਦੇ ਅੰਦਰੋਂ ਹੀ ਉਪਜੇ ਨੇ। ਤੇ ਇਹਨਾਂ ਚੀਜ਼ਾਂ ਨੂੰ ਤਾਂ ਹੀ ਠੱਲਿਆ ਜਾ ਸਕਦਾ, ਰੋਕਿਆ ਜਾ ਸਕਦਾ ਜੇ ਮਨੁੱਖ ਪਰਮੇਸ਼ਰ ਦੀਆਂ ਪ੍ਰਗਟਾਈਆਂ ਹੋਈਆਂ ਸੱਚਾਈਆਂ ਨੂੰ ਮਹਿਸੂਸ ਕਰੇ। ਕਿਸੇ ਦਾ ਖੋਹ ਕੇ ਖਾਣ ਵਾਲਾ, ਕਿਸੇ ਤੇ ਜ਼ੁਲਮ ਕਰਕੇ ਰਾਜ ਅਤਿਆਚਾਰ ਕਰਨ ਵਾਲਾ, ਕਿਸੇ ਮਨੁੱਖ ਨੂੰ ਜ਼ਬਰਦਸਤੀ ਜ਼ੋਰ ਜ਼ੁਲਮ ਤੇ ਧੱਕਾ ਕਰਨ ਵਾਲਾ ਮਨੁੱਖ ਭੁੱਲ ਜਾਂਦਾ ਹੈ ਵੀ ਮੈਂ ਏਡੇ ਗੁਨਾਹ ਤੇ ਕੁਕਰਮ ਕਰਕੇ, ਪਾਪ ਕਰਕੇ ਜੋ ਕੁਝ ਹਾਸਲ ਕਰ ਰਿਹਾ ਹਾਂ, ਜੇ ਪਹਿਲਿਆਂ ਦਾ ਵੀ ਇਹ ਨਹੀਂ ਰਿਹਾ ਤੇ ਰਹਿਣਾ ਇਹ ਮੇਰੇ ਕੋਲ ਵੀ ਨਹੀਂ ਹੈ। ਇਸ ਜਗਤ ਅੰਦਰ ਕਿੰਨੇ ਵੱਡੇ ਵੱਡੇ ਖੂੰਖਾਰ ਬਲੀ ਮਨੁੱਖ ਹੋਏ, ਜ਼ਾਲਮ ਤੇ ਅਤਿਆਚਾਰੀ ਰਾਜੇ ਹੋਏ, ਕਿੱਡੀਆਂ ਵੱਡੀਆਂ ਰਿਆਸਤਾਂ ਤੇ ਸਲਤਨਤਾਂ ਉਹਨਾਂ ਨੇ ਕਾਇਮ ਕੀਤੀਆਂ, ਕਿੱਡੇ ਵੱਡੇ ਵੱਡੇ ਅੰਪਾਇਰ ਖੜੇ ਕੀਤੇ। ਪਰ ਅੱਜ ਅਸੀਂ ਉਹਨਾਂ ਨੂੰ ਕੇਵਲ ਇਤਿਹਾਸ ਦੀਆਂ ਕਿਤਾਬਾਂ ਦੀਆਂ ਚੰਦ ਲਾਈਨਾਂ ਦੇ ਵਿੱਚ ਪੜ੍ਹਦੇ ਹਾਂ ਵੀ ਉਹ ਸੀ, ਐਸੇ ਲੋਕ ਵੀ ਸਨ। ਹਨ ਤੇ ਕੋਈ ਨਹੀਂ ਨਾ ਕਹਿੰਦਾ ਵੀ ਹੈ ਨੇ, ਉਹ ਗੁਜ਼ਰ ਗਏ। ਵਕਤ ਨੇ ਉਹਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਕੁਝ ਸਾਡੀ ਯਾਦ ਵਿੱਚ ਹਨ, ਕਿਤਾਬਾਂ ਨੇ ਸਾਨੂੰ ਦੱਸਿਆ, ਤੇ ਕੁਝ ਭੁੱਲ ਭੁਲਾ ਗਏ ਨੇ ਤੇ ਵਿਸਰ ਗਏ ਨੇ, ਜਿਨ੍ਹਾਂ ਦਾ ਜ਼ਿਕਰ ਵੀ ਅੱਜ ਅੱਖਰਾਂ ਦੇ ਵਿੱਚ, ਲਿਖਤਾਂ ਵਿੱਚ ਨਹੀਂ ਹੋ ਸਕਦਾ। ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਸਾਨੂੰ ਇਹੀ ਸੰਸਾਰ ਦੀ ਸੱਚਾਈ ਚੇਤੇ ਕਰਾ ਰਹੀ ਹੈ ਵੀ ਸਾਡੇ ਕੋਲ ਜਿਹੜਾ ਜੀਵਨ ਹੈ ਇਹ ਬੜਾ ਲਿਮਟਡ ਹੈ, ਸੀਮਤ ਸਮਾਂ ਹੈ ਸਾਡੇ ਕੋਲ ਜ਼ਿੰਦਗੀ ਦਾ। ਅਸੀਂ ਇਸ ਨੂੰ ਵੈਰ ਭਾਵ ਨਫ਼ਰਤ ਵਿੱਚ ਗਵਾਈਏ ਨਾ, ਈਰਖਾ ਦਵੈਸ਼ ਮੇਰ ਤੇਰ ਭੇਦ ਭਾਵ ਦੇ ਵਿੱਚ ਇਸ ਨੂੰ ਬੇਰਸਾ ਨਾ ਕਰੀਏ। ਇਸ ਨੂੰ ਪਰਾਇਆ ਧਨ, ਪਰਾਇਆ ਮਾਲ, ਜ਼ੁਲਮ ਪਾਪ ਅਤਿਆਚਾਰ ਇਤਿਆਦਿਕ ਕਰਕੇ ਆਪਣੇ ਜੀਵਨ ਨੂੰ ਔਰ ਦੂਸਰਿਆਂ ਦੀ ਜ਼ਿੰਦਗੀ ਦੇ ਸਫ਼ਰ ਨੂੰ ਨਰਕ ਸਮਾਨ ਨਾ ਕਰੀਏ, ਬਲਕਿ ਇਸ ਥੋੜ੍ਹੀ ਚੀਜ਼ ਦਾ ਬੜੇ ਸੁਚੱਜੇ ਢੰਗ ਦੇ ਨਾਲ ਵਰਤੋਂ ਕਰੀਏ ਇਸ ਸਮੇਂ ਦੀ, ਤਾਂ ਕਿ ਅਸੀਂ ਆਪਣੇ ਜੀਵਨ ਉੱਤੇ ਮਾਣ ਕਰ ਸਕੀਏ ਵੀ ਅਸੀਂ ਮਨੁੱਖਾ ਦੇਹ ਨੂੰ ਪਾ ਕੇ ਸੱਚਮੁੱਚ ਹੀ ਇਨਸਾਨੀ ਜੀਵਨ ਜੀ ਰਹੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਕਿਹਨੂੰ ਕਹਿੰਦੀ ਹੈ? ਸਫਲ ਸਫਲ ਭਈ ਸਫਲ ਯਾਤਰਾ। ਇਹਦਾ ਉੱਤਰ ਹਜ਼ੂਰ ਨੇ ਅਗਲੀ ਪੰਕਤੀ ਵਿੱਚ ਦਿੱਤਾ ਹੈ, ਆਵਣ ਜਾਣ ਰਹੇ ਮਿਲੇ ਸਾਧਾ। ਜਿਸ ਨੂੰ ਗੁਰੂ ਮਿਲਿਆ, ਜਿਹੜਾ ਭਟਕਣਾ ਤੋਂ ਮੁਕਤ ਹੋ ਗਿਆ, ਉਸ ਦੀ ਜੀਵਨ ਯਾਤਰਾ ਸਫਲ ਹੈ। ਤੇ ਗੁਰੂ ਨੂੰ ਮਿਲ ਕੇ ਸਾਡੇ ਜੀਵਨ ਵਿੱਚ ਕੀ ਆਉਂਦਾ ਹੈ? ਆਪਾਂ ਰੋਜ਼ ਆਨੰਦ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।
ਸਤਿਗੁਰੂ ਸਾਡੇ ਜੀਵਨ ਨੂੰ ਸੁਖਾਵਾਂ ਬਣਾਉਂਦੇ ਨੇ, ਆਨੰਦਦਾਇਕ ਬਣਾਉਂਦੇ ਨੇ। ਤੇ ਜੀਵਨ 'ਚ ਆਨੰਦ ਤਦੋਂ ਹੀ ਆ ਸਕਦਾ ਹੈ ਨਾ ਜਿਹੜੀਆਂ ਆਨੰਦ ਜੀਵਨ ਦੇ ਸਕੂਨ ਨੂੰ ਖਤਮ ਕਰਨ ਵਾਲੀਆਂ ਪ੍ਰਵਿਰਤੀਆਂ, ਭੈੜੀਆਂ ਆਦਤਾਂ ਨੇ, ਭੈੜੇ ਸੁਭਾਅ ਨੇ, ਭੈੜੇ ਖਿਆਲ ਤੇ ਸੰਕਲਪ ਨੇ, ਜਿਹੜੇ ਰੋਗ ਨੇ, ਜੇ ਉਹ ਜੀਵਨ ਵਿੱਚੋਂ ਮੁੱਕਣਗੇ ਤਾਂ ਹੀ ਜੀਵਨ 'ਚ ਆਨੰਦ ਆਏਗਾ, ਤਾਂ ਹੀ ਜੀਵਨ ਵਿੱਚ ਸਕੂਨ ਆਏਗਾ, ਤਾਂ ਹੀ ਜੀਵਨ ਦੀ ਇਹ ਯਾਤਰਾ ਸਫਲਤਾਪੂਰਵਕ ਮੁਕੰਮਲ ਹੋ ਸਕੇਗੀ। ਨਹੀਂ ਤੇ ਸਤਿਗੁਰੂ ਬਾਣੀ ਵਿੱਚ ਐਸਾ ਵੀ ਆਖਦੇ ਨੇ, ਜਿਨੀ ਐਸਾ ਹਰਨਾਮ ਨਾ ਚੇਤਿਓ ਸੇ ਕਾਹੇ ਜਾ ਗਾਏ ਰਾਮ ਰਾਜੇ। ਮਨਮੁਖ ਭੈੜੀਆਂ ਵਾਦੀਆਂ ਦਾ ਸ਼ਿਕਾਰ ਮਨੁੱਖ ਖੌਰੇ ਜੀਵਨ ਦੀ ਯਾਤਰਾ ਦਾ ਉਹਨੇ ਕੀ ਲਾਭ ਲਿਆ, ਉਹਨੇ ਕੀ ਖੱਟਿਆ ਮਨੁੱਖਾ ਜੀਵਨ ਵਿੱਚੋਂ, ਕੀ ਕਮਾਇਆ ਉਸਨੇ। ਸਾਹਿਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਮੁਬਾਰਕ ਬਾਣੀ ਦਾ ਪ੍ਰਮੁੱਖ ਵਿਸ਼ਾ ਵੀ ਇਹੋ ਹੀ ਹੈ। ਤੇ ਸਤਿਗੁਰੂ ਇਸ ਨੂੰ ਆਖਦੇ ਨੇ, ਭਾਈ ਇਹ ਸੱਚੀ ਬਾਤ ਹੈ, ਸੱਚਾ ਉਪਦੇਸ਼ ਹੈ, ਇਹ ਬਿਲਕੁਲ ਖਰੀ ਗੱਲ ਹੈ, ਜੋ ਵਾਪਰਨੀ ਹੈ, ਵਾਪਰ ਰਹੀ ਹੈ ਔਰ ਵਾਪਰਦੀ ਰਹੀ ਹੈ। ਸਤਿਗੁਰੂ ਆਖਦੇ ਨੇ ਇਹਨੂੰ ਜੀ 'ਚ ਵਸਾ ਲੈ ਰੇ ਨਰ, ਇਹ ਸਾਚੀ ਜੀਤ ਹਰ। ਇਹਨੂੰ ਜਿੰਦ, ਆਪਣੀ ਆਤਮਾ, ਆਪਣੇ ਵਜੂਦ ਵਿੱਚ ਇਸ ਸੱਚਾਈ ਨੂੰ ਵਸਾ। ਉਹ ਕਿਹੜੀ ਸੱਚਾਈ ਹੈ? ਸਗਲ ਜਗਤ ਹੈ ਜੈਸੇ ਸੁਪਨਾ। ਮਹਾਰਾਜ ਇਹ ਉਦਾਹਰਣ ਬੜੀ ਵਾਰ ਦਿੰਦੇ ਨੇ, ਅੱਗੇ ਜਾ ਕੇ ਸ਼ਲੋਕਾਂ 'ਚ ਆਖਦੇ ਨੇ, ਜਿਉਂ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਨ। ਜਿਵੇਂ ਸੁਪਨਾ ਵੇਖੀਦਾ, ਪੇਖਣਾ ਸ਼ਬਦ ਦਾ ਮਤਲਬ ਹੁੰਦਾ ਵੇਖਣਾ। ਹੁਣ ਅੱਖਾਂ ਤੇ ਬੰਦ ਹੁੰਦੀਆਂ ਨੇ ਜਦੋਂ ਬੰਦਾ ਸੁੱਤਾ ਹੋਵੇ, ਫਿਰ ਅਸੀਂ ਜਿਸ ਵੇਲੇ ਅਸੀਂ ਸਾਡੇ ਚਿਹਰੇ ਤੇ ਪਰੇਸ਼ਾਨੀ, ਪਹਿਲੀ ਤਾਂ ਗੱਲ ਇਸ ਗੱਲ ਨੂੰ ਸਮਝੀਏ, ਕੋਸ਼ਕਾਰਾਂ ਨੇ ਲਿਖਿਆ ਵੀ ਜਾਗਣ, ਇੱਕ ਤਾਂ ਹੁੰਦੇ ਅਸੀਂ ਜਾਗ ਰਹੇ, ਅੱਖਾਂ ਖੁੱਲੀਆਂ ਨੇ, ਆਵਾਜ਼ਾਂ ਸੁਣ ਰਹੀਆਂ ਨੇ ਕੰਨਾਂ ਨਾਲ, ਦ੍ਰਿਸ਼ ਅੱਖਾਂ ਨਾਲ ਵੇਖ ਰਹੇ ਹਾਂ, ਬੋਲ ਰਹੇ ਹਾਂ, ਇਹਨੂੰ ਆਪਾਂ ਆਖਦੇ ਵੀ ਮੈਂ ਜਾਗ ਰਿਹਾ। ਤੇ ਇੱਕ ਹੁੰਦੀ ਹੈ ਗੂੜੀ ਨੀਂਦ, ਜਿੱਥੇ ਪਤਾ ਹੀ ਨਹੀਂ ਮਨੁੱਖ ਨੂੰ, ਪੂਰੀ ਤਰ੍ਹਾਂ ਨਾਲ ਸਰੀਰ ਜਿਹੜਾ ਹੈ ਉਹ ਰਿਲੈਕਸ ਹੈ, ਆਰਾਮ ਵਿੱਚ ਹੈ, ਮਾਨਸਿਕ ਤੌਰ ਉੱਤੇ ਵੀ ਮਨੁੱਖ ਆਰਾਮ ਵਿੱਚ। ਆਪਾਂ ਕਹਿੰਦੇ ਬੜੀ ਗੂੜੀ ਨੀਂਦ ਆਈ, ਪਤਾ ਨਹੀਂ ਲੱਗਿਆ। ਕੋਸ਼ਕਾਰਾਂ ਨੇ ਲਿਖਿਆ, ਅਰਥ ਕਰਨ ਵਾਲਿਆਂ ਨੇ ਸੁਪਨੇ ਦੇ ਅਰਥ ਕਹਿਣ ਲੱਗੇ, ਜਾਗਣ ਤੇ ਗੂੜੀ ਨੀਂਦ ਦੇ ਵਿਚਕਾਰ ਦੀ ਜਿਹੜੀ ਅਵਸਥਾ ਹੈ ਉਹਨੂੰ ਕਿਹਾ ਜਾਂਦਾ ਹੈ ਸੁਪਨਾ। ਸਰੀਰ ਨਿਢਾਲ ਪਿਆ ਹੋਇਆ, ਪਰ ਮਨ ਬੜੀ ਤਕੜੀ ਹਰਕਤ ਵਿੱਚ ਪਿਆ ਹੋਇਆ। ਨਾ ਉਹ ਪੂਰੀ ਜਾਗਣ ਦੀ ਅਵਸਥਾ ਹੈ ਤੇ ਨਾ ਪੂਰੀ ਸੌਣ ਦੀ ਅਵਸਥਾ ਹੈ। ਉਹ ਇੱਕ ਹਿੱਸਾ ਤੇ ਸੁੱਤਾ ਹੋਇਆ ਤੇ ਇੱਕ ਹਿੱਸਾ ਫਿਜ਼ੀਕਲੀ ਉਹ ਸੁੱਤਾ ਹੋਇਆ ਤੇ ਮਾਨਸਿਕ ਤੌਰ ਦੇ ਉੱਤੇ ਉਹ ਲੰਮੀ ਹਰਕਤ ਵਿੱਚ ਹੈ। ਉਹਦਾ ਮਨ ਜਿਹੜਾ ਉਹ ਉਵੇਂ ਹੀ ਸਾਰੀਆਂ ਚੀਜ਼ਾਂ ਵੇਖ ਰਿਹਾ ਜਿਵੇਂ ਆਪਾਂ ਜਾਗਦਿਆਂ ਵੇਖਦੇ ਹਾਂ। ਤੁਸੀਂ ਵੇਖਿਆ ਨਹੀਂ, ਕਈ ਵਾਰ ਆਪਾਂ ਹੁਣ ਜਾਗਦੇ ਹਾਂ ਤੇ ਆਪਾਂ ਕਿੱਡੀ ਵੀ ਗੱਲ ਕਰੀਏ, ਬੰਦਾ ਸੁਣਦਾ ਤੇ ਵੇਖਦਾ ਸਾਰਾ ਕੁਝ, ਫਿਜ਼ੀਕਲੀ ਵੀ ਉਸ ਨੂੰ ਮਾਣ ਰਿਹਾ। ਤੇ ਸੁਪਨੇ ਦੇ ਵਿੱਚ ਵੀ, ਸੁਪਨੇ ਦੀ ਅਵਸਥਾ ਜਿਹੜੀ ਸਵਪਨ ਅਵਸਥਾ ਹੈ, ਉਹਦੇ ਵਿੱਚ ਕੀ ਹੁੰਦਾ ਹੈ? ਅੱਖਾਂ ਤੇ ਬੰਦ ਨੇ, ਕੰਨਾਂ ਵਿੱਚ ਕੋਈ ਆਵਾਜ਼ ਇਸ ਤਰ੍ਹਾਂ ਨਹੀਂ ਪੈ ਰਹੀ, ਨਾ ਹੀ ਸਰੀਰ ਇਸ ਤਰ੍ਹਾਂ ਦੀ ਹਰਕਤ ਕਰ ਰਿਹਾ, ਪਰ ਮਨ ਇਸ ਤਰ੍ਹਾਂ ਦੇ ਅਹਿਸਾਸ, ਇਸ ਤਰ੍ਹਾਂ ਦੀ ਫੀਲਿੰਗ ਦਿੰਦਾ, ਇਸ ਤਰ੍ਹਾਂ ਦੇ ਦ੍ਰਿਸ਼ ਚਿੱਤਰਦਾ ਵੀ ਮੈਂ ਭੱਜਿਆ ਜਾ ਰਿਹਾ, ਮੈਨੂੰ ਸੁਣ ਰਿਹਾ, ਉੱਚੀ ਉੱਚੀ ਚੀਕਾਂ ਵੱਜ ਰਹੀਆਂ ਨੇ, ਮੈਨੂੰ ਦਿਸ ਰਿਹਾ। ਹੁਣ ਉਹ ਰਿਐਕਟ ਇਸ ਤਰ੍ਹਾਂ ਦਾ ਹੋ ਰਿਹਾ ਹੈ ਸਾਡੇ ਅੰਦਰ, ਸਾਡੇ ਮਨ ਦੇ ਉਸ ਦਾਇਰੇ ਦੇ ਵਿੱਚ, ਵੀ ਸਭ ਕੁਝ ਸਾਡੇ ਸਾਹਮਣੇ ਵਾਪਰ ਰਿਹਾ। ਜਿਵੇਂ ਆਪਾਂ ਜਾਗਦੀ ਅੱਖ ਨਾਲ ਸਾਰੇ ਦ੍ਰਿਸ਼ ਵੇਖਦੇ ਹਾਂ, ਇਸੇ ਤਰ੍ਹਾਂ ਦਾ ਹੀ ਦ੍ਰਿਸ਼ ਸਾਡੇ ਮਨ ਵਿੱਚ ਭਰਿਆ ਪਿਆ। ਤੇ ਆਪਾਂ ਇਹ ਵੀ ਕਈ ਵਾਰ ਵੇਖਿਆ, ਸੁਪਨੇ ਕਈ ਵਾਰ ਐਸੇ ਉਲਟੇ ਖਿਆਲੀ ਹੋਣ, ਬੜੇ ਭਿਅੰਕਰ ਕਿਸਮ ਦੇ ਹੋਣ, ਉਹਦੇ ਵਿੱਚ ਦ੍ਰਿਸ਼, ਬੰਦਾ ਜਾਗ ਪੈਂਦਾ, ਉਬੜਵਾਏ ਉੱਠਦਾ ਤੇ ਉਹਦੇ ਚਿਹਰੇ ਤੋਂ ਸਾਰਾ ਦਿਨ ਕਈ ਵਾਰ ਬੇਚੈਨੀ ਨਹੀਂ ਜਾਂਦੀ ਵੀ ਮੈਂ ਇਹ ਕੀ ਵੇਖਿਆ, ਮੈਂ ਇਹੋ ਜਿਹੀ, ਇਹ ਜੋ ਕੁਝ ਮੈਂ ਆਪਣੀਆਂ ਅੱਖਾਂ ਨਾਲ, ਆਪਣੇ ਅੱਖਾਂ ਨਾਲ ਨਹੀਂ ਵੇਖਿਆ, ਕੰਨਾਂ ਨਾਲ ਨਹੀਂ ਸੁਣਿਆ, ਮੇਰੇ ਮਨ 'ਚ ਉਹੋ ਜਿਹੇ ਦ੍ਰਿਸ਼, ਬੰਦਾ ਸਾਰਾ ਦਿਨ ਬੇਚੈਨ ਰਹਿੰਦਾ, ਕਿੰਨਾ ਡਿਸਟਰਬ ਹੁੰਦਾ। ਉਹ ਜਿਹੜੀ ਸੁਪਨਮਈ ਅਵਸਥਾ ਹੈ, ਹੁਣ ਉਸ ਨੂੰ ਸਤਿਗੁਰੂ ਆਖਦੇ ਨੇ, ਸੁਪਨਾ ਕਿੰਨਾ ਚਿਰ ਹੈ? ਜਿੰਨਾ ਚਿਰ ਤੁਸੀਂ ਅੱਧੀ ਨੀਂਦ ਵਿੱਚ ਹੋ। ਜਿਸ ਵੇਲੇ ਤੁਹਾਡੀ ਉਹ ਨੀਂਦ ਉੜਕ ਜਾਂਦੀ ਹੈ, ਟੁੱਟ ਜਾਂਦੀ ਹੈ, ਤੁਹਾਡਾ ਸੁਪਨਾ ਵੀ ਨਾਲ ਹੀ ਚੂਰ ਹੋ ਜਾਂਦਾ ਹੈ।
ਕੋਈ ਸੁਪਨੇ ਦੇ ਵਿੱਚ ਭਿਖਾਰੀ ਬਣ ਜਾਂਦਾ ਹੈ ਤੇ ਕੋਈ ਸੁਪਨੇ ਦੇ ਵਿੱਚ ਬਾਦਸ਼ਾਹ ਬਣ ਜਾਂਦਾ ਹੈ। ਕੋਈ ਸੁਪਨੇ ਦੇ ਵਿੱਚ ਮੁਸੀਬਤਾਂ 'ਚ ਫਸ ਜਾਂਦਾ ਹੈ ਤੇ ਕੋਈ ਬੜੇ ਹੁਸੀਨ ਸੁਪਨੇ ਵੇਖਦਾ ਹੈ। ਹਜ਼ੂਰ ਮਹਾਰਾਜ ਕਹਿੰਦੇ ਨੇ ਉਸ ਸੁਪਨੇ ਦੀ ਮਿਆਦ ਕਿੰਨੀ ਕੁ ਹੁੰਦੀ ਹੈ, ਕਦੇ ਸੋਚ ਕੇ ਵੇਖੋ। ਅਖੀਰ ਉਹ ਟੁੱਟ ਜਾਂਦਾ ਹੈ ਨਾ, ਉਹਦੀ ਇੱਕ ਮਿਆਦ, ਉਹਦੀ ਇੱਕ ਲਿਮਟ, ਇੱਕ ਹੱਦ ਹੈ ਨਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਗਤ ਨੂੰ ਵੀ ਸੁਪਨੇ ਵੱਤ ਜਾਣੋ, ਇਹਦੀ ਵੀ ਇੱਕ ਹੱਦ ਹੈ, ਇਹਦੀ ਵੀ ਇੱਕ ਮਿਆਦ ਹੈ। ਅਤੇ ਇਹਦੇ ਵਿੱਚ ਵੀ ਕਈ ਤਰ੍ਹਾਂ ਦੇ ਦ੍ਰਿਸ਼ ਨੇ ਜੀਵਨ ਦੇ ਸੁਪਨੇ ਦੇ ਵਿੱਚ, ਜਗਤ ਰੂਪੀ ਸੁਪਨੇ ਦੇ ਵਿੱਚ। ਚੰਗੇ ਨੇ, ਮਾੜੇ ਨੇ, ਭਲੇ ਨੇ, ਬੁਰੇ ਨੇ, ਕਿੰਨੇ ਤਰ੍ਹਾਂ ਦੇ ਦ੍ਰਿਸ਼ ਬੰਦਾ ਆਪਣੀ ਜ਼ਿੰਦਗੀ ਵਿੱਚ ਵੇਖਦਾ। ਜ਼ਿੰਦਗੀ ਦੇ ਕਈ ਪਲ ਇੰਨੇ ਖੂਬਸੂਰਤ ਹੁੰਦੇ ਨੇ, ਆਨੰਦ ਆ ਜਾਂਦਾ ਹੈ। ਜ਼ਿੰਦਗੀ ਦੇ ਕਈ ਪਲ ਮਸਾਂ ਹੀ ਗੁਜ਼ਰਦੇ ਨੇ। ਜ਼ਿੰਦਗੀ ਦੇ ਕਈ ਪਲ ਬੜੇ ਭਿਅੰਕਰ ਹੁੰਦੇ ਨੇ, ਉਦਾਸ ਹੁੰਦੇ ਨੇ, ਕੁਝ ਖੇੜੇ ਵਾਲੇ ਹੁੰਦੇ ਨੇ, ਕੁਝ ਉਤਸ਼ਾਹ ਵਾਲੇ ਹੁੰਦੇ ਨੇ, ਕੁਝ ਸੁੱਖਾਂ ਨਾਲ ਭਰੇ ਨੇ, ਕੁਝ ਦੁੱਖਾਂ ਨਾਲ ਭਰੇ ਨੇ। ਪਰ ਹਰ ਚੀਜ਼ ਇੱਕ ਲਿਮਟ ਵਿੱਚ ਹੈ ਨਾ। ਤੁਸੀਂ ਵੇਖੋ ਅਖੀਰ ਨੂੰ ਉਹ ਖਤਮ ਹੀ ਹੋ ਜਾਂਦੀ ਹੈ ਨਾ। ਸਾਹਿਬ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਇਸ ਨੂੰ ਬਿਨਸਦਿਆਂ ਹੋਇਆਂ ਵੀ ਵਕਤ ਨਹੀਂ ਲੱਗਦਾ, ਜਿਵੇਂ ਸੁਪਨੇ ਨੂੰ ਟੁੱਟਦਿਆਂ ਸਮਾਂ ਨਹੀਂ ਲੱਗਦਾ। ਇਸੇ ਤਰ੍ਹਾਂ ਸੰਸਾਰ ਦੇ ਦ੍ਰਿਸ਼ ਵੀ ਬਦਲਦਿਆਂ ਹੋਇਆਂ ਵਕਤ ਨਹੀਂ ਲੱਗਦਾ। ਇਹ ਵੀ ਹੌਲੀ 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 ਸਭ ਕੁਝ ਗੁਜ਼ਰ ਜਾਂਦਾ ਹੈ। ਆਪਾਂ ਜਿੰਨੀ ਉਮਰ ਦੇ ਪੜਾਅ 'ਤੇ ਖੜੇ ਆ ਨਾ ਸਾਰੇ, ਕਦੇ ਸੋਚ ਕੇ ਵੇਖੋ ਜਿਹੜਾ ਬੀਤਿਆ ਵਕਤ ਹੈ, ਤੁਹਾਨੂੰ ਐਵੇਂ ਲੱਗਦਾ ਜਿਵੇਂ ਸੁਪਨੇ ਵਾਂਗ ਲੰਘ ਗਿਆ ਹੋਵੇ, ਪਤਾ ਹੀ ਨਹੀਂ ਲੱਗਿਆ। ਜਦੋਂ ਬਚਪਨ ਦੀ ਅਵਸਥਾ ਹੰਢਾ ਰਹੇ ਸਾਂ, ਪਤਾ ਸੀ ਵੀ ਜਵਾਨੀ ਅਤੇ ਇਹ ਜ਼ਿੰਮੇਵਾਰੀਆਂ ਅਤੇ ਸੰਸਾਰ ਇੱਥੇ ਭਟਕਣਾ ਪਏਗਾ, ਵੇਖਣਾ ਪਏਗਾ। ਇੰਨੇ ਦੁੱਖ ਆਉਣਗੇ, ਸੁੱਖ ਆਉਣਗੇ, ਘਾਟੇ ਆਉਣਗੇ, ਲਾਭ ਹੋਣਗੇ, ਮਾਣ ਸਨਮਾਨ ਮਿਲੇਗਾ, ਬੇਇੱਜ਼ਤੀ ਮਿਲੇ, ਕਿੰਨਾ ਕੁਝ ਜੀਵਨ 'ਚ ਵਾਪਰ ਗਿਆ। ਅਹਿਸਾਸ ਹੀ ਨਹੀਂ ਸੀ, ਸਮੇਂ ਦਾ ਕੋਈ ਪਤਾ ਹੀ ਨਹੀਂ ਸੀ, ਜ਼ਿੰਦਗੀ ਦਾ ਸਫ਼ਰ ਕਿਵੇਂ ਦਾ ਹੋਏਗਾ ਕੋਈ ਗਿਆਨ ਨਹੀਂ ਸੀ। ਪਰ ਅਸੀਂ ਇੱਕ ਇੱਕ ਸਟੈਪ ਕਦਮ ਕਰਕੇ ਜੀਵਨ ਦੇ ਇਸ ਸਫ਼ਰ ਨੂੰ ਤੈਅ ਕਰਦੇ ਗਏ। ਅੱਜ ਜਿੱਥੇ ਖੜੇ ਹਾਂ, ਜਿੰਨੀ ਅਸੀਂ ਉਮਰ ਹੰਢਾਈ ਹੈ, ਜਿੰਨੇ ਸਾਲ ਅਸੀਂ ਜ਼ਿੰਦਗੀ ਦੇ ਮਾਣੇ ਨੇ, ਕਦੇ ਸੋਚ ਕੇ ਵੇਖੋ ਕਿੱਧਰ ਗਏ, ਕਿੱਥੇ ਹੈ ਉਹ ਵਕਤ ਜੋ ਲੰਘ ਗਿਆ। ਉਸ ਨੂੰ ਦੁਬਾਰਾ ਮੋੜ ਕੇ ਲਿਆਂਦਾ ਜਾ ਸਕਦਾ, ਉਹਨੂੰ ਰਿਵਰਸ ਕੀਤਾ ਜਾ ਸਕਦਾ, ਉਸ ਨੂੰ ਦੁਬਾਰਾ ਜੀਵਿਆ ਜਾ ਸਕਦਾ? ਬਿਲਕੁਲ ਨਹੀਂ। ਅਤੇ ਬੰਦਾ ਆਪਣੀ ਜ਼ਿੰਦਗੀ ਦੇ ਉੱਤੇ ਪੰਛੀ ਜਰਾ ਸੋਚ ਕੇ ਵੇਖੀਏ, ਲੰਮੀ ਉਡਾਰੀ ਸੋਚਾਂ ਦੀ ਮਾਰ ਕੇ ਵੇਖੀਏ, ਇਵੇਂ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਹੈ, ਸਭ ਕੁਝ ਇਵੇਂ ਹੀ ਗੁਜ਼ਰ ਗਿਆ। ਸਤਿਗੁਰੂ ਆਖਦੇ ਜੇ ਬਚਪਨ ਗੁਜ਼ਰ ਗਿਆ, ਜਵਾਨੀ ਕਿਉਂ ਨਹੀਂ ਗੁਜ਼ਰੇਗੀ? ਜੇ ਜਵਾਨੀ ਗੁਜ਼ਰ ਗਈ ਹੈ ਤੇ ਅਗਲਾ ਜਿਹੜਾ ਪੜਾਅ ਹੈ ਉਹ ਕਿਤੇ ਕਿੰਨੀ ਕੁ ਦੂਰ ਹੈ। ਬਾਬਾ ਸ਼ੇਖ ਫਰੀਦ ਸਾਹਿਬ ਇਹੀ ਚੇਤਾ ਕਰਾਉਂਦੇ ਨੇ। ਉਹ ਕਹਿੰਦੇ ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ। ਜਿਸ ਵੇਲੇ ਤੇਰਾ ਜਨਮ ਹੋਇਆ ਤੂੰ ਜੀਵਨ ਪੰਧ ਉੱਤੇ ਤੁਰਿਆ, ਉਹ ਹੁਣ ਪੈਂਡਾ ਬੜੀ ਦੂਰ ਰਹਿ ਗਿਆ, ਉਹ ਘੜੀਆਂ ਬੜੀ ਦੂਰ ਚਲੀਆਂ ਗਈਆਂ ਨੇ। ਹੁਣ ਤੇਰਾ ਜਿੰਨਾ ਵੀ ਸਫ਼ਰ ਹੋਇਆ ਨਾ ਜਨਮ ਤੋਂ ਬਾਅਦ, ਉਹ ਮੌਤ ਵਾਲੇ ਪਾਸੇ ਨੂੰ ਹੋਇਆ, ਚੇਤੇ 'ਚ ਰੱਖ। ਸਾਹਿਬ ਸਤਿਗੁਰੂ ਇਸੇ ਕਰਕੇ ਫਰਮਾਉਂਦੇ ਨੇ, ਹਜ਼ੂਰ ਕਹਿੰਦੇ ਬਾਰੂ ਭੀਤ ਬਨਾਈ ਰਾਚ ਪਾਚ, ਰਹਿਤ ਨਹੀਂ ਦਿਨ ਚਾਰ। ਬਾਰੂ ਕਹਿੰਦੇ ਨੇ ਰੇਤ ਨੂੰ, ਰੇਤ ਦੀ ਕੰਧ ਖੜੀ ਨਹੀਂ ਰਹਿ ਸਕਦੀ। ਆਪਾਂ ਦੇਖਦੇ ਰਹੇ ਹਾਂ, ਰੇਤ ਦੇ ਘਰ ਬਣਾਉਂਦੇ ਸਾਂ, ਬੱਚੇ ਸਾਂ, ਰੇਤ ਦੇ ਘਰ ਬਣਾਏ ਜਾਂਦੇ ਸਨ। ਪੈਰ ਦੇ ਉੱਤੇ ਰੇਤ ਨੂੰ ਥੱਪ ਕੇ ਤੇ ਘਰ ਬਣਾਉਣੇ, ਨਾਲ ਹੀ ਢਹਿ ਜਾਂਦੇ ਸਨ। ਰੇਤ ਦੀਆਂ ਕੰਧਾਂ ਕਿੰਨਾ ਚਿਰ ਖੜੀਆਂ ਰਹਿ ਸਕਦੀਆਂ ਨੇ? ਇੱਥੇ ਤੇ ਕੰਕਰੀਟ ਦੇ ਵੱਡੇ ਵੱਡੇ ਮਹਿਲ ਵੀ ਜਿਹੜੇ ਨੇ ਆਪਣੀ ਮਿਆਦ ਤੋਂ ਬਾਅਦ ਕਿਰਨੇ ਸ਼ੁਰੂ ਹੋ ਜਾਂਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਵੇਂ ਰੇਤ ਦੀ ਕੰਧ ਦੀ ਕੋਈ ਮਿਆਦ ਨਹੀਂ, ਇਸੇ ਤਰ੍ਹਾਂ ਇਹ 4 ਦਿਨ ਦੀ ਖੇਡ ਹੈ। ਰੂਪ, ਰੰਗ, ਆਕਾਰ, ਤਾਕਤਾਂ, ਸੱਤਾ, ਜੋਬਨ, ਧਨ, ਪਦਾਰਥ, ਰਸ, ਚਸਕੇ, ਕੋਈ ਵੀ ਵਸਤੂ, ਇਹਨੂੰ ਰੇਤ ਦੀ ਕੰਧ ਵਾਂਗ ਸਮਝੋ। ਇਹਨੇ ਸਮੇਂ ਦੇ ਲਿਹਾਜ਼ ਨਾਲ ਕਿਰ ਜਾਣਾ ਹੈ ਤੇ ਇਹਨੇ ਢਹਿ ਜਾਣਾ ਹੈ, ਇਸ ਨੇ ਕਾਇਮ ਨਹੀਂ ਰਹਿਣਾ। ਮਹਾਰਾਜ ਤਾਂ ਇੱਕ ਜਗ੍ਹਾ 'ਤੇ ਇੱਥੋਂ ਤੱਕ ਕਹਿੰਦੇ ਕੰਧ ਉੱਤੇ ਬੰਦਾ ਕਿੰਨਾ ਕੁ ਭੱਜ ਸਕਦਾ। ਅੱਜ ਦੁਨੀਆ ਦੇ ਅਜੂਬਿਆਂ ਦੇ ਵਿੱਚ ਇੱਕ ਅਜੂਬਾ ਹੈ ਚੀਨ ਦੀ ਦੀਵਾਰ, ਚੀਨ ਦੀ ਕੰਧ। ਦੁਨੀਆ ਦੀ ਕਹਿੰਦੇ ਨੇ ਸਭ ਤੋਂ ਵੱਡੀ ਦੀਵਾਰ ਕੰਧ ਉਹ ਹੈ, ਸਭ ਤੋਂ ਚੌੜੀ ਵੀ ਉਹ ਹੈ। ਉਹਨੂੰ ਦੁਨੀਆ ਦੇ ਹੈਰੀਟੇਜ ਦੇ ਵਿੱਚ ਖਾਸ ਥਾਂ ਮਿਲਿਆ, ਚੁਣਿੰਦਾ ਦੇ ਵਿੱਚ। ਚਲੋ ਬੰਦਾ ਉਹਦੇ ਉੱਤੇ ਹੀ ਭੱਜਣਾ ਸ਼ੁਰੂ ਕਰ ਦੇਵੇ।
ਕਿੰਨੇ ਦਿਨ ਭੱਜ ਸਕਦਾ? ਅਖੀਰ ਤੇ ਉਹ ਕੰਧ ਮੁੱਕੇਗੀ ਨਾ। ਕੀ ਉਹ ਕੰਧ ਏਡੀ ਵੱਡੀ ਹੈ ਵੀ ਬੰਦਾ 1 ਸਾਲ ਭੱਜਦਾ ਰਹੇ, 2 ਸਾਲ ਭੱਜਦਾ ਰਹੇ? ਨਹੀਂ। ਕੁਝ ਸਮੇਂ ਦੇ ਵਿੱਚ ਸਫ਼ਰ, ਕੰਧ ਮੁੱਕ ਗਈ ਤੇ ਦੌੜ ਮੁੱਕ ਗਈ। ਪਾਤਸ਼ਾਹ ਕਹਿੰਦੇ ਨੇ ਭੀਤ ਊਪਰੇ ਕੇਤਕ ਧਾਈਆ ਹੈ, ਅੰਤ ਹੋਰ ਕੋ ਆਹ। ਅਖੀਰ ਕੰਧ ਦਾ ਓੜਕ ਹੈ ਤੇ ਤੇਰਾ ਸਫ਼ਰ ਵੀ ਉੱਥੇ ਹੀ ਮੁੱਕ ਜਾਣਾ। ਕੰਧ ਤੇ ਭੱਜਣ ਵਾਂਗ ਹੈ ਤੇਰਾ ਸਫ਼ਰ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਤੈਸੇ ਹੀ ਇਹ ਸੁਖ ਮਾਇਆ ਕਿ ਉਰਜਿਓ ਕਹਾਂ ਗਵਾਰ। ਜਿਵੇਂ ਰੇਤ ਦੀ ਕੰਧ ਹੈ ਨਾ, ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਮਾਇਆ ਦੇ ਸੁੱਖ ਵੀ ਥੋੜ੍ਹੇ ਚਿਰ ਦੇ ਨੇ, ਥੋੜ੍ਹੇ ਚਿਰ ਦੇ। ਸਾਡੇ ਵਹਿੰਦਿਆਂ ਵਹਿੰਦਿਆਂ ਕਈ ਵਾਰ ਆਪਾਂ ਕਈ ਘਰ ਬਦਲ ਲੈਂਦੇ। ਇੱਕ ਮਾਂ ਬਾਪ ਨੇ ਬਣਾਇਆ ਸੀ, ਇੱਕ ਉਦੋਂ ਪਹਿਲਾਂ ਦਾਦਾ ਬਣਾ ਗਿਆ ਸੀ, ਉਹਦਾ ਮਾਂ ਬਾਪ ਦੇ ਹੁੰਦਿਆਂ ਪੁਰਾਣਾ ਹੋ ਗਿਆ। ਜੇ ਉਹ ਨੱਪ ਘੁੱਟ ਕੇ 10 ਸਾਲ ਹੋਰ ਕੱਢ ਵੀ ਲੈਣ ਨਾ, ਵੀ ਚਲੋ ਬੱਚੇ ਜਵਾਨ ਹੋਣਗੇ ਤੇ ਉਹਨਾਂ ਦੀ ਮਰਜ਼ੀ ਦੇ ਬਣਾਵਾਂਗੇ, ਇੱਕ ਉਹਨਾਂ ਬਣਾਇਆ, ਇੱਕ ਅਸੀਂ ਆਪਣੀ ਜ਼ਿੰਦਗੀ ਦਾ ਬਣਾਇਆ। ਇੱਕ ਵਿਚਾਰਵਾਨ ਕਹਿੰਦਾ ਬੰਦਾ ਆਪਣੀ ਜ਼ਿੰਦਗੀ ਤਕਰੀਬਨ 3 ਘਰ ਤਾਂ ਬਣਦੇ ਵਹਿੰਦਾ ਹੀ ਹੈ। ਇੱਕ ਮਾਂ ਬਾਪ ਦਾ ਜਦੋਂ ਛੋਟਾ ਹੁੰਦਾ ਹੈ, ਇੱਕ ਉਹ ਆਪ ਬਣਾਉਂਦਾ ਤੇ ਇੱਕ ਗਾਂ ਬੱਚੇ ਬਣਾਉਂਦੇ ਨੇ। ਜੇ ਉਸ ਦੀ ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਹਦਾ ਭਾਵ ਹੈ ਉਸ ਵਿਚਾਰਵਾਨ ਦਾ ਵੀ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜਿਹੜੇ ਘਰ ਬਣਦੇ ਵੇਖਦਾ ਹੈ, ਮਕਾਨ ਬਣਦੇ ਵੇਖਦਾ ਹੈ, ਰਹਿਸ਼ੀ, ਉਹ ਵੀ ਸਮੇਂ ਦੇ ਲਿਹਾਜ਼ ਨਾਲ ਪੁਰਾਣੇ ਹੋ ਜਾਂਦੇ ਨੇ, ਹੰਡ ਜਾਂਦੇ ਨੇ ਤੇ ਉਹਨਾਂ ਦੀਆਂ ਵੀ ਤਰੇੜਾਂ ਪਾਟ ਜਾਂਦੀਆਂ ਨੇ ਤੇ ਅਖੀਰ ਉਹ ਵੀ ਬਦਲਨੇ ਪੈ ਜਾਂਦੇ ਨੇ। ਉਹ ਵੀ ਉਹਨਾਂ 'ਚ ਵੀ ਰਸਾਈ ਤੇ ਸਮਾਈ ਨਹੀਂ ਹੁੰਦੀ ਪਰਿਵਾਰ ਦੇ ਲਿਹਾਜ਼ ਨਾਲ, ਲੋੜਾਂ ਦੇ ਲਿਹਾਜ਼ ਨਾਲ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੁਸੀਂ ਵੇਖੋ ਆਪਣੀ ਜ਼ਿੰਦਗੀ 'ਚ ਅਸੀਂ ਵਸਤਰ ਕਿੰਨੇ ਲੈਂਦੇ ਹਾਂ, ਕੱਪੜੇ ਕਿੰਨੇ ਖਰੀਦਦੇ ਹਾਂ, ਤੇ ਉਹ ਕੱਪੜੇ ਵੀ ਛੋਟੇ ਵੱਡੇ ਹੁੰਦੇ ਨੇ, ਪੁਰਾਣੇ ਹੁੰਦੇ ਨੇ, ਕਿਸੇ ਦਾ ਰੰਗ ਲੈ ਜਾਂਦਾ ਹੈ, ਕੋਈ ਫਟ ਜਾਂਦਾ ਹੈ, ਕੋਈ ਹੰਡਦਾ ਨਹੀਂ। ਕਿੰਨੇ ਤਰ੍ਹਾਂ ਦੇ ਪਕਵਾਨ ਹੁੰਦੇ ਨੇ, ਕਿੰਨੇ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਵਰਤਣ ਵਾਸਤੇ ਲੈਂਦੇ ਹਾਂ। ਉਹ ਹੰਡ ਕੇ ਕੋਈ ਪੁਰਾਣੀ ਹੋ ਗਈ, ਕੋਈ ਟੁੱਟ ਗਈ, ਕੋਈ ਵਿਗੜ ਗਈ, ਫਿਰ ਨਵੀਂ ਲੈ ਲਈ। ਕੋਈ ਐਸੀ ਚੀਜ਼ ਹੈ ਜਿਹੜੀ ਸਦੀਵ ਕਾਲ ਨਿਭਦੀ ਹੋਵੇ? ਕੋਈ ਪਦਾਰਥ, ਕੋਈ ਸਹੂਲਤ। ਇੱਥੇ ਤੇ ਸਰੀਰ ਦੀ ਵੀ ਉਹ ਅਵਸਥਾ ਨਹੀਂ, ਜਿਹੜਾ ਆਪਣਾ ਵਜੂਦ, ਸਰੀਰ ਦੀ ਵੀ ਉਹ ਅਵਸਥਾ ਨਹੀਂ ਰਹੀ ਜਿਹੜੀ ਪਹਿਲਾਂ ਸੀ। ਬਚਪਨ ਤੋਂ ਜਵਾਨੀ ਦਾ ਸਫ਼ਰ ਕੀਤਾ, ਜਵਾਨੀ ਤੋਂ ਅੱਗੇ ਬੁਢੇਪੇ ਵੱਲ ਨੂੰ ਜਿਸ ਵੇਲੇ ਤੁਰ ਪਏ ਤੇ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਮੇਰੇ ਸਭ ਤੋਂ ਚੰਗੇ ਮਿੱਤਰ ਜਿਹੜੇ ਸਨ ਨਾ ਜੀਵਨ ਦੇ, ਉਹ ਸਨ ਮੇਰੀਆਂ ਅੱਖਾਂ, ਜਿਨ੍ਹਾਂ ਨਾਲ ਮੈਂ ਆਪਣੇ ਮਾਂ ਬਾਪ ਨੂੰ ਤੱਕਿਆ, ਜਗਤ ਨੂੰ ਤੱਕਿਆ, ਰਿਸ਼ਤਿਆਂ ਦੀ ਪਛਾਣ ਹੋਈ, ਸੰਸਾਰ ਦੇ ਰੂਪ ਰੰਗ ਦ੍ਰਿਸ਼ ਵੇਖੇ। ਸਭ ਤੋਂ ਮੇਰੇ ਚੰਗੇ ਮਿੱਤਰ ਸਨ ਮੇਰੇ ਪੈਰ, ਜਿਨ੍ਹਾਂ ਨਾਲ ਮੈਂ ਦੁਨੀਆ ਤੇ ਧਰਤੀ ਦੇ ਕਈ ਹਿੱਸੇ ਗਾਹ ਲਏ। ਸਭ ਤੋਂ ਮੇਰੇ ਚੰਗੇ ਮਿੱਤਰ ਸਨ ਮੇਰੇ ਦੰਦ, ਜਿਨ੍ਹਾਂ ਨਾਲ ਮੈਂ ਬਚਪਨ ਤੋਂ ਲੈ ਕੇ ਖਾ ਕੇ ਆਪਣੇ ਸਰੀਰ ਨੂੰ ਪਾਲਿਆ ਤੇ ਸਰੀਰ ਨੂੰ ਲਗਾਤਾਰ ਪਾਲਦਾ ਆ ਰਿਹਾ। ਵੇਖੋ ਬੁਢੇਪੇ ਦਾ ਅਸਰ। ਹੁਣ ਪੈਰ, ਹੱਡ ਜਿਹੜੇ ਹਨ ਉਹ ਕੰਮ ਨਹੀਂ ਕਰਦੇ, ਦੰਦ ਜਿਹੜੇ ਹਨ ਉਹ ਸਾਥ ਛੱਡ ਰਹੇ ਨੇ ਤੇ ਅੱਖਾਂ ਦੀ ਜੋਤ ਘਟ ਗਈ ਹੈ। ਤੈਨੋ ਨੀਰ ਬਹਿ ਤਨ ਖੀਨਾ ਭਏ ਕੇਸ, ਦੁੱਧਵਾਨੀ ਰੂਧਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੈ ਪਰਾਨੀ। ਇਸ ਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਸੇ ਜਾਨੀ ਚੱਲ ਗਏ। ਮੇਰੇ ਸਭ ਤੋਂ ਪਿਆਰੇ ਮਿੱਤਰ ਹੀ ਮੇਰਾ ਸਾਥ ਛੱਡਦੇ ਜਾ ਰਹੇ ਨੇ। ਬੁਢੇਪੇ ਦਾ, ਬਜ਼ੁਰਗੀ ਦਾ, ਕਮਜ਼ੋਰੀ ਦਾ ਐਸਾ ਧੱਕਾ ਸਰੀਰ ਨੂੰ ਵੱਜਿਆ। ਬਾਹਰ ਦੇ ਪਦਾਰਥਾਂ ਦਾ ਕੀ ਦਾਅਵਾ ਹੈ? ਉਹ ਰਹਿਣ ਵੀ, ਜਦੋਂ ਸਰੀਰ ਦੀ ਤਾਕਤ ਹੀ ਨਹੀਂ ਰਹਿਣੀ ਤੇ ਉਹਨਾਂ ਨੂੰ ਵੀ ਕੀ ਕਰਾਂਗੇ। ਸਤਿਗੁਰੂ ਮਹਾਰਾਜ ਆਖਦੇ ਨੇ ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ। ਹੇ ਮੂਰਖ, ਹੇ ਗਵਾਰ, ਤੂੰ ਕਿਹੜੇ ਲਾਲਚ ਵਿੱਚ ਉਲਝਿਆ ਹੋਇਆ, ਕਿਉਂ ਬੇਰਸੀ ਕਰ ਰਿਹਾ ਹੈ ਆਪਣੇ ਜੀਵਨ ਦੇ ਸਫ਼ਰ ਦੀ। ਅੱਜ ਹੂੰ ਸਮਝ ਕਛ ਬਿਗੜਿਓ ਨਾਹਿਨ। ਅਜੇ ਵੀ ਤੂੰ ਜਿੱਥੇ ਵੀ ਜਿੰਨਾ ਵੀ ਜੀਵਨ ਦਾ ਪੈਂਡਾ ਕਰ ਲਿਆ ਨਾ, ਜੇ ਤੂੰ ਹੁਣ ਹੀ ਕੁਝ ਸਮਝ ਵਿਚਾਰ ਕਰ ਲੈ, ਤੇਰਾ, ਮੈਂ ਸਮਝਦਾ ਮਹਾਰਾਜ ਕਹਿੰਦੇ ਵੀ ਤੇਰਾ ਜੇ ਕੁਝ ਨਹੀਂ ਵਿਗੜਿਆ। ਜੀਣ ਵਾਸਤੇ ਤੇ ਕੁਝ ਪਲ ਵੀ ਬੜੇ ਹੁੰਦੇ ਨੇ, ਤੇ ਜਿਨ੍ਹਾਂ ਨੇ ਜੀਵਨ ਧੱਕਿਆਂ ਨਾਲ ਲੰਘਾਉਣਾ ਹੋਵੇ ਉਹਨਾਂ ਨੂੰ ਸਦੀਆਂ ਦੀ ਜ਼ਿੰਦਗੀ ਵੀ ਜਿਹੜੀ ਹੈ ਉਹ ਥੋੜ੍ਹੀ ਹੁੰਦੀ ਹੈ ਤੇ ਦੁੱਭਰ ਹੁੰਦੀ ਹੈ। ਸਾਹਿਬ ਸਤਿਗੁਰੂ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਅਜਹੂ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਨਾਮ ਮੁਰਾਰ। ਤੇਰੇ ਜੀਵਨ ਦਾ ਸਫ਼ਰ ਕਿਵੇਂ ਆਨੰਦਦਾਇਕ ਬਣੇਗਾ ਜੇ ਤੂੰ ਉਸ ਪਰਮੇਸ਼ਰ ਪ੍ਰਭੂ ਦਾ ਨਾਮ
ਦ੍ਰਿੜ ਕਰ ਲਵੇਂ, ਉਹਦੀ ਇਬਾਦਤ, ਉਹਦੀ ਯਾਦ, ਉਹਦੇ ਗੁਣ, ਉਹਦੀ ਸਿਫਤੋ ਸਲਾਹ ਨਾਲ ਆਪਣੇ ਜੀਵਨ ਨੂੰ ਰੰਗ ਲਵੇਂ। ਗੁਰੂ ਦੀ ਮੱਤ ਰਾਹੀਂ ਜੇ ਤੂੰ ਰੱਬ ਵਾਲਾ ਹੋ ਜਾਏ ਤੇ ਸਤਿਗੁਰੂ ਆਖਦੇ ਕਹੋ ਨਾਨਕ ਨਿਜ ਮਤ ਸਾਧਨ ਕੋ। ਸਾਧਨ ਦਾ ਭਾਵ ਹੈ ਸਾਧੂ ਜਨ, ਨੇਕ ਪੁਰਖ, ਰੱਬੀ ਪਿਆਰੇ, ਚੰਗੇ ਉੱਚੇ ਜੀਵਨ ਵਾਲੇ, ਜਿਨ੍ਹਾਂ ਦੇ ਜੀਵਨ ਵਿੱਚ ਖੂਬੀਆਂ ਨੇ, ਸਿਫਤਾਂ ਨੇ, ਗੁਣ ਨੇ, ਜਿਨ੍ਹਾਂ ਜੀਵਨ ਦਾ ਰਸ ਪਾਏ, ਜਿਨ੍ਹਾਂ ਜੀਵਨ ਦਾ ਆਨੰਦ ਲੈ। ਸਤਿਗੁਰੂ ਪਾਤਸ਼ਾਹ ਜੀ ਆਖਦੇ ਉਹ ਨੇਕ ਅਮਲਾਂ ਵਾਲੇ, ਉੱਚੇ ਜੀਵਨ ਵਾਲੇ ਜਿਹੜੇ ਨੇ, ਉਹਨਾਂ ਦੀ ਮੱਤ, ਉਹਨਾਂ ਦਾ ਉਪਦੇਸ਼ ਮੈਂ ਤੇਰੇ ਨਾਲ ਸਾਂਝਾ ਕਰ, ਉਹਨਾਂ ਦਾ ਨਿੱਜੀ ਅਨੁਭਵ ਮੈਂ ਤੇਰੇ ਨਾਲ ਸਾਂਝਾ। ਨਿੱਜ ਮਤ ਸਾਧਨ ਦਾ ਮਤਲਬ ਹੈ ਉਹਨਾਂ ਦੇ ਜੀਵਨ ਦਾ ਤਜਰਬਾ ਮੈਂ ਤੇਰੇ ਨਾਲ ਸਾਂਝਾ ਕਰ ਰਿਹਾ। ਸਤਿਗੁਰੂ ਆਖਦੇ ਨੇ ਕਹੋ ਨਾਨਕ ਨਿਜ ਮਤ ਸਾਧਨ ਕਹੋ, ਭਾਖਿਓ ਤੋਹੇ ਪੁਕਾਰ। ਕਿੱਡਾ ਖੂਬਸੂਰਤ ਸ਼ਬਦ ਮਹਾਰਾਜ ਨੇ ਵਰਤਿਆ। ਇੱਕ ਹੁੰਦਾ ਕਿਸੇ ਨੂੰ ਨਾਰਮਲੀ ਗੱਲ ਕਹਿਣੀ, ਇੱਕ ਆਮ ਨਾਰਮਲ ਸਧਾਰਨ ਤਰੀਕੇ ਦੇ ਨਾਲ। ਇੱਕ ਹੁੰਦਾ ਕੋਈ ਬੰਦਾ ਡਿੱਗ ਰਿਹਾ ਹੋਵੇ ਨਾ, ਮੰਨ ਲਓ ਬੰਦਾ ਅੱਖਾਂ ਮੀਟ ਕੇ ਤੁਰ ਰਿਹਾ ਹੈ ਤੇ ਅੱਗੇ ਕਿਸੇ ਖੂਹ 'ਚ ਡਿੱਗਣ ਵਾਲਾ, ਇੱਕ ਬੰਦੇ ਨੂੰ ਪਤਾ ਲੱਗ ਗਿਆ ਵੀ ਹੁਣ 2 ਕਦਮ ਇਹਨੇ ਹੋਰ ਪੁੱਟੇ ਤੇ ਇਹਨੇ ਡਿੱਗ ਪੈਣਾ, ਤੇ ਉਹ ਬੰਦਾ ਜਿੱਥੇ ਖੜਾ ਉੱਥੋਂ ਹੀ ਉੱਚੀ ਬਾਂਹ ਕਰਕੇ ਨਾ, ਉੱਚੀ ਹੱਥ ਉੱਚਾ ਕਰਕੇ, ਬਾਂਹ ਉੱਚੀ ਕਰਕੇ, ਉੱਚੀ ਉੱਚੀ ਰੌਲਾ ਪਾਉਂਦਾ, ਇਹਨੂੰ ਆਪਾਂ ਕਹਿੰਦੇ ਪੁਕਾਰ ਕਰਨੀ। ਉਹ ਪੁਕਾਰ ਇੱਕ ਤਰ੍ਹਾਂ ਦਾ ਨਾਲ ਅਲਰਟ ਹੁੰਦਾ ਹੈ, ਸੁਚੇਤ ਕਰਨਾ ਹੁੰਦਾ ਹੈ ਉਸ ਬੰਦੇ ਨੂੰ ਜਿਹੜਾ ਖਾਈ ਵਿੱਚ ਡਿੱਗਣ ਜਾ ਰਿਹਾ। ਮਹਾਰਾਜ ਕਹਿੰਦੇ ਨੇ ਮੈਂ ਤੈਨੂੰ ਪੁਕਾਰ ਕੇ ਕਹਿ ਰਿਹਾ ਅਜੇ ਵੀ ਮਹਾਨ ਸਤਿਪੁਰਖਾਂ ਦੇ ਜੀਵਨ ਤੋਂ ਕੁਝ ਸਿੱਖ, ਉਹਨਾਂ ਦੇ ਜੀਵਨ ਦੇ ਕੁਝ ਗੁਣ ਗ੍ਰਹਿਣ ਕਰ, ਤਾਂ ਕਿ ਤੂੰ ਆਪਣੇ ਜੀਵਨ ਨੂੰ ਅਜਾਈ ਨਾ ਗਵਾਏ ਤੇ ਤੂੰ ਆਪਣੇ ਜੀਵਨ ਨੂੰ ਵਿਸ਼ੇ ਵਿਕਾਰਾਂ ਦੀ ਖੱਡ ਵਿੱਚ ਡਿੱਗ ਕੇ ਆਤਮਕ ਮੌਤ ਦੀ ਫਾਹੀ ਨਾ ਗਲ ਪਵਾ ਲੈ। ਇਸ ਕਰਕੇ ਹਜ਼ੂਰ ਆਖਦੇ ਕਹੋ ਨਾਨਕ ਨਿਜ ਮਤ ਸਾਧਨ ਕੋ, ਭਾਖਿਓ ਤੋਹੇ ਪੁਕਾਰ। ਸਾਹਿਬ ਕਿਰਪਾ ਕਰਨ ਅਸੀਂ ਵੀ ਆਪਣੇ ਮਹਾਨ ਸਤਿਗੁਰਾਂ ਦੇ, ਗੁਰੂ ਸਾਹਿਬਾਨ ਦੇ, ਉਹਨਾਂ ਮਹਾਨ ਸਤਿਪੁਰਖਾਂ ਦੇ ਬਚਨਾਂ ਦਾ ਲਾਹਾ ਪ੍ਰਾਪਤ ਕਰਦੇ ਹਾਂ, ਆਪਣੇ ਜੀਵਨ ਨੂੰ ਸਵਾਰ ਤੇ ਸਫਲਾ ਕਰ ਸਕੀਏ। ਗੁਰੂ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।